ना लाओ ਤਾਂ ਜੋ ਤੁਹਾਡੇ ਤੇ ਵੀ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜੋ ਦੋਸ਼ ਤੁਸੀਂ ਦੂਜਿਆਂ ਤੇ ਲਾਉਂਦੇ ਹੋ ਉਹੀ ਦੋਸ਼ ਤੁਹਾਡੇ ਤੇ ਵੀ ਲਾਇਆ ਜਾਵੇਗਾ, ਅਤੇ ਜਿਸ ਮਾਪ ਤੋਲ ਨਾਲ ਤੁਸੀਂ ਮਾਪਦੇ ਹੋ ਉਸੇ ਮਾਪ ਤੋਲ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ। ਤੂੰ ਆਪਣੇ ਭਰਾ ਦੀ ਅੱਖ ਦਾ ਤੀਲਾ ਕਿਉਂ ਵੇਖਦਾ ਹੈ, ਪਰ ਆਪਣੀ ਅੱਖ ਦੇ ਸ਼ਤੀਰੇ ਵੱਲ ਧਿਆਨ ਨਹੀਂ ਦਿੰਦਾ? ਜਾਂ ਤੂੰ ਆਪਣੇ ਭਰਾ ਨੂੰ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਲਿਆ ਮੈਂ ਤੇਰੀ ਅੱਖ ਦਾ ਤੀਲਾ ਕੱਢ ਦੇਵਾਂ, ਜਦੋਂ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? ਉਹ ਪਖੰਡੀ, ਪਹਿਲਾਂ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਕੱਢ ਲੈ ਅਤੇ ਫਿਰ ਤੂੰ ਆਪਣੇ ਭਰਾ ਦੀ ਅੱਖ ਵਿਚਲਾ ਤੀਲਾ ਕੱਢਣ ਲਈ ਸਾਫ਼-ਸਾਫ਼ ਦੇਖ ਸਕੇਗਾ। ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਦਿਓ, ਨਾ ਆਪਣੇ ਮੋਤੀ ਸੁਰਾਂ ਅੱਗੇ ਸੁੱਟੋ, ਕਿਤੇ ਇਹ ਨਾ ਹੋਵੇ ਕਿ ਉਹ ਉਹਨਾਂ ਨੂੰ ਪੈਰਾਂ ਥੱਲੇ ਮਿੱਧ ਦੇਣ ਅਤੇ ਮੁੜ ਤੁਹਾਡੇ ਉੱਤੇ ਹਮਲਾ ਕਰਨ। ਮੰਗੋ ਅਤੇ ਤੁਹਾਨੂੰ ਸਭ ਕੁਝ ਦਿੱਤਾ ਜਾਵੇਗਾ, ਲੱਭੋ ਅਤੇ ਤੁਹਾਨੂੰ ਮਿਲ ਜਾਵੇਗਾ, ਖੜਕਾਓ ਅਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ, ਕਿਉਂਕਿ ਹਰ ਕੋਈ ਜੋ ਮੰਗਦਾ ਹੈ ਉਹ ਪਾਉਂਦਾ ਹੈ ਅਤੇ ਹਰ ਕੋਈ ਜੋ ਲੱਭਦਾ ਹੈ ਉਸ ਨੂੰ ਮਿਲਦਾ ਹੈ, ਅਤੇ ਜੋ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। ਜਾਂ ਤੁਹਾਡੇ ਵਿੱਚ ਇਹੋ ਜਿਹਾ ਕਿਹੜਾ ਮਨੁੱਖ ਹੈ ਜੇਕਰ ਉਸ ਦਾ ਪੁੱਤਰ ਉਸ ਕੋਲੋਂ ਰੋਟੀ ਮੰਗੇ ਤਾਂ ਉਸ ਨੂੰ ਪੱਥਰ ਦੇਵੇਗਾ, ਜਾਂ ਜੇਕਰ ਉਹ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇਗਾ? ਜੇਕਰ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਕਿੰਨੀਆਂ ਵੱਧ ਚੰਗੀਆਂ ਚੀਜ਼ਾਂ ਤੁਹਾਡਾ ਬਾਪ ਜੋ ਸਵਰਗ ਵਿੱਚ ਹੈ ਉਹਨਾਂ ਨੂੰ ਦੇਵੇਗਾ ਜੋ ਉਸ ਤੋਂ ਮੰਗਦੇ ਹਨ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਨਾਲ ਕਰੋ, ਕਿਉਂਕਿ ਇਹੀ ਵਿਧਾਨ ਅਤੇ ਨਬੀਆਂ ਦੀ ਸਿੱਖਿਆ ਹੈ। ਤੁਸੀਂ ਤੰਗ ਦਰਵਾਜ਼ੇ ਵਿੱਚੋਂ ਦੀ ਅੰਦਰ ਜਾਓ, ਕਿਉਂਕਿ ਉਹ ਦਰਵਾਜ਼ਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜੋ ਬਰਬਾਦੀ ਵੱਲ ਲੈ ਜਾਂਦਾ ਹੈ, ਅਤੇ ਉਸ ਦੇ ਰਾਹੀਂ ਅੰਦਰ ਜਾਣ ਵਾਲੇ ਬਹੁਤ ਹਨ। ਕਿਉਂਕਿ ਉਹ ਦਰਵਾਜ਼ਾ ਤੰਗ ਹੈ ਅਤੇ ਉਹ ਰਾਹ ਔਖਾ ਹੈ ਜੋ ਜੀਵਨ ਵੱਲ ਲੈ ਜਾਂਦਾ ਹੈ, ਅਤੇ ਉਸ ਨੂੰ ਲੱਭ ਲੈਣ ਵਾਲੇ ਬਹੁਤ ਥੋੜੇ ਹਨ। ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜੋ ਭੇਡਾਂ ਦੀ ਖਲ ਵਿੱਚ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਭੁੱਖੜ ਹਨ। ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣ ਲਵੋਗੇ ਕਿ ਝਾੜੀਆਂ ਤੋਂ ਅੰਗੂਰ ਜਾਂ ਪੋਲੀਆਂ ਤੋਂ ਅੰਜੀਰ ਇਕੱਠੇ ਕੀਤੇ ਜਾਂਦੇ ਹਨ। ਇਸ ਲਈ ਹਰ ਚੰਗਾ ਰੁੱਖ ਚੰਗਾ ਫਲ ਦਿੰਦਾ ਹੈ, ਪਰ ਬੁਰਾ ਰੁੱਖ ਬੁਰਾ ਫਲ ਦਿੰਦਾ ਹੈ। ਇੱਕ ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਇੱਕ ਬੁਰਾ ਫਲ ਚੰਗਾ ਫਲ ਦੇ ਸਕਦਾ ਹੈ। ਹਰ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਹਰ ਕੋਈ ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵੇਗਾ, ਸਗੋਂ ਉਹ ਜਿਹੜਾ ਮੇਰੇ ਬਾਪ ਦੀ ਜੋ ਸਵਰਗ ਵਿੱਚ ਹੈ ਇੱਛਾ ਪੂਰੀ ਕਰਦਾ ਹੈ। ਉਸ ਦਿਨ ਬਥੇਰੇ ਮੈਨੂੰ ਕਹਿਣਗੇ, ਪ੍ਰਭੂ ਪ੍ਰਭੂ, ਕੀ ਅਸੀਂ ਤੇਰੇ ਨਾਮ ਉੱਤੇ ਭਵਿੱਖਬਾਣੀ ਨਹੀਂ ਕੀਤੀ ਅਤੇ ਤੇਰੇ ਨਾਂ ਉੱਤੇ ਭੂਤਾਂ ਨੂੰ ਨਹੀਂ ਕੱਢਿਆ ਅਤੇ ਤੇਰੇ ਨਾਂ ਉੱਤੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ? ਤਦ ਮੈਂ ਉਹਨਾਂ ਨੂੰ ਕਹਾਂਗਾ, ਮੈਂ ਤੁਹਾਨੂੰ ਕਦੀ ਜਾਣਿਆ ਹੀ ਨਹੀਂ, ਦੁਸ਼ਟੋ, ਮੈਥੋਂ ਦੂਰ ਹੋ ਜਾਵੋ। ਹਰ ਕੋਈ ਜੋ ਮੇਰੀਆਂ ਇਹਨਾਂ ਗੱਲਾਂ ਨੂੰ ਸੁਣਦਾ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ਉੱਤੇ ਬਣਾਇਆ। ਵਰਖਾ ਹੋਈ ਅਤੇ ਹੜ੍ਹ ਆਏ ਅਤੇ ਹਨੇਰੀਆਂ ਚੱਲੀਆਂ ਅਤੇ ਉਸ ਘਰ ਨਾਲ ਟਕਰਾਈਆਂ, ਪਰ ਉਹ ਨਾ ਡਿੱਗਾ, ਕਿਉਂਕਿ ਉਸ ਦੀ ਨੀਂਹ ਚਟਾਨ ਉੱਤੇ ਰੱਖੀ ਹੋਈ ਸੀ। ਹਰ ਕੋਈ ਜੋ ਮੇਰੀਆਂ ਇਹਨਾਂ ਗੱਲਾਂ ਨੂੰ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ ਉਹ ਉਸ ਮੂਰਖ ਆਦਮੀ ਵਰਗਾ ਹੋਵੇਗਾ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਵਰਖਾ ਹੋਈ ਅਤੇ ਹੜ੍ਹ ਆਏ ਅਤੇ ਹਨੇਰੀਆਂ ਚੱਲੀਆਂ ਅਤੇ ਉਸ ਘਰ ਨਾਲ ਟਕਰਾਈਆਂ ਅਤੇ ਉਹ ਡਿੱਗ ਪਿਆ ਅਤੇ ਉਸ ਦਾ ਨਾਸ਼ ਹੋ ਗਿਆ। ਜਦੋਂ ਯਿਸੂ ਇਹ ਉਪਦੇਸ਼ ਦੇ ਚੁੱਕਿਆ ਤਾਂ ਭੀੜ ਉਸ ਦੀ ਸਿੱਖਿਆ ਤੇ ਹੈਰਾਨ ਰਹਿ ਗਈ, ਕਿਉਂਕਿ ਉਸਨੇ ਉਹਨਾਂ ਦੇ ਧਰਮ ਗ੍ਰੰਥੀਆਂ ਵਾਂਗ ਨਹੀਂ ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੱਤੀ। ਸੰਤ ਮਤੀ ਦੀ ਅੰਜੀਲ ਉਸ ਦਾ 8 ਬਾਬ। ਜਦੋਂ ਉਹ ਪਹਾੜੋਂ ਥੱਲੇ ਉਤਰਿਆ ਤਾਂ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ, ਅਤੇ ਵੇਖੋ ਇੱਕ ਕੋੜੀ ਨੇ ਇਹ ਕਹਿੰਦਿਆਂ ਉਸ ਦੇ ਅੱਗੇ ਗੋਡੇ ਟੇਕੇ, ਪ੍ਰਭੂ ਜੀ, ਜੇਕਰ ਤੂੰ ਚਾਹੇ ਤਾਂ ਮੈਨੂੰ ਚੰਗਾ ਕਰ ਸਕਦਾ ਹੈ। ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਇਹ ਕਹਿੰਦੇ ਹੋਏ ਉਸ ਨੂੰ ਛੁਇਆ, ਮੈਂ ਚਾਹੁੰਦਾ ਹਾਂ ਸ਼ੁੱਧ ਹੋ ਜਾ। ਤੁਰੰਤ ਉਸ ਦਾ ਕੋੜ ਦੂਰ ਹੋ ਗਿਆ। ਤਦ ਯਿਸੂ ਨੇ ਉਸ ਨੂੰ ਕਿਹਾ, ਧਿਆਨ ਰੱਖੀ ਕਿਸੇ ਨੂੰ ਕੁਝ ਨਾ ਦੱਸੇ, ਪਰ ਜਾ ਕੇ ਆਪਣੇ ਆਪ ਨੂੰ ਕਾਹੇ ਨੂੰ ਵਿਖਾ ਅਤੇ ਮੂਸਾ ਰਾਹੀਂ ਥਾਪੀ ਭੇਟ ਚੜਾ ਤਾਂ ਜੋ ਲੋਕਾਂ ਲਈ ਸਬੂਤ ਹੋਵੇ। ਜਦੋਂ ਉਹ ਕਫਰਨਾਮ ਵਿੱਚ ਦਾਖਲ ਹੋਇਆ ਤਾਂ ਇੱਕ ਸੂਬੇਦਾਰ ਉਸ ਦੇ ਕੋਲ ਆਇਆ
ਅਤੇ ਉਸਨੇ ਅੱਗੇ ਬੇਨਤੀ ਕਰਕੇ ਕਿਹਾ, ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਹੈ ਅਤੇ ਬਹੁਤ ਹੀ ਦੁੱਖ ਦਰਦ ਵਿੱਚ ਹੈ। ਯਿਸੂ ਨੇ ਉਸਨੂੰ ਕਿਹਾ, ਮੈਂ ਆ ਕੇ ਉਸਨੂੰ ਚੰਗਾ ਕਰਾਂਗਾ। ਪਰ ਸੂਬੇਦਾਰ ਨੇ ਉਸਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੈਂ ਇਸ ਯੋਗ ਨਹੀਂ ਹਾਂ ਕਿ ਤੁਸੀਂ ਮੇਰੀ ਛੱਤ ਥੱਲੇ ਆਵੋ, ਸਗੋਂ ਇੱਕ ਸ਼ਬਦ ਹੀ ਆਖ ਦਿਓ ਤਾਂ ਮੈਂ ਨੌਕਰ ਚੰਗਾ ਹੋ ਜਾਵੇਗਾ, ਕਿਉਂਕਿ ਮੈਂ ਵੀ ਕਿਸੇ ਅਧਿਕਾਰ ਹੇਠ ਹਾਂ ਅਤੇ ਮੇਰੇ ਅਧਿਕਾਰ ਹੇਠ ਸਿਪਾਹੀ ਹਨ। ਮੈਂ ਇੱਕ ਨੂੰ ਕਹਿੰਦਾ ਹਾਂ ਜਾ ਅਤੇ ਉਹ ਜਾਂਦਾ ਹੈ, ਅਤੇ ਦੂਜੇ ਨੂੰ ਆ ਅਤੇ ਉਹ ਆਉਂਦਾ ਹੈ, ਅਤੇ ਆਪਣੇ ਨੌਕਰ ਨੂੰ ਇਹ ਕਰ ਅਤੇ ਉਹ ਕਰਦਾ ਹੈ। ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਉਸਨੇ ਉਹਨਾਂ ਨੂੰ ਜਿਹੜੇ ਉਸਦੇ ਪਿੱਛੇ ਚੱਲਦੇ ਸਨ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸਰਾਇਲ ਵਿੱਚ ਵੀ ਮੈਂ ਇਸ ਤਰ੍ਹਾਂ ਦਾ ਇਨਾਮ ਨਹੀਂ ਵੇਖਿਆ। ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਤੋਂ ਆ ਕੇ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਸਵਰਗ ਰਾਜ ਵਿੱਚ ਭੋਜ ਤੇ ਬੈਠਣਗੇ, ਜਦਕਿ ਰਾਜ ਦੇ ਪੁੱਤਰ ਬਾਹਰ ਦੇ ਹਨੇਰੇ ਵਿੱਚ ਸੁੱਟ ਦਿੱਤੇ ਜਾਣਗੇ। ਉੱਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਣਗੇ। ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾ, ਜਿਵੇਂ ਤੂੰ ਵਿਸ਼ਵਾਸ ਕੀਤਾ ਹੈ ਉਸੇ ਤਰ੍ਹਾਂ ਤੇਰੇ ਲਈ ਹੋਵੇਗਾ। ਅਤੇ ਉਸੇ ਘੜੀ ਉਸਦਾ ਨੌਕਰ ਚੰਗਾ ਹੋ ਗਿਆ। ਜਦੋਂ ਯਿਸੂ ਪਤਰਸ ਦੇ ਘਰ ਵਿੱਚ ਦਾਖਲ ਹੋਇਆ ਤਾਂ ਉਸਨੇ ਪਤਰਸ ਦੀ ਸੱਸ ਨੂੰ ਬੁਖਾਰ ਨਾਲ ਬਿਮਾਰ ਪਈ ਦੇਖਿਆ। ਉਸਨੇ ਉਸਦੇ ਹੱਥ ਨੂੰ ਛੂਹਿਆ ਅਤੇ ਉਸਦਾ ਬੁਖਾਰ ਉਤਰ ਗਿਆ ਅਤੇ ਉਸਨੇ ਉੱਠ ਕੇ ਉਸਦੀ ਸੇਵਾ ਕੀਤੀ। ਉਸ ਸ਼ਾਮ ਲੋਕ ਬਹੁਤ ਸਾਰੇ ਭੂਤ ਚੰਬੜੇ ਲੋਕਾਂ ਨੂੰ ਉਸਦੇ ਕੋਲ ਲੈ ਆਏ ਅਤੇ ਉਸਨੇ ਬਦਰੂਹਾਂ ਨੂੰ ਇੱਕ ਹੀ ਸ਼ਬਦ ਨਾਲ ਕੱਢ ਦਿੱਤਾ ਅਤੇ ਸਾਰਿਆਂ ਨੂੰ ਜੋ ਬਿਮਾਰ ਸਨ ਚੰਗਾ ਕੀਤਾ, ਇਸ ਲਈ ਕਿ ਨਬੀ ਯਸ਼ਾਇਆ ਰਾਹੀਂ ਜੋ ਕਿਹਾ ਗਿਆ ਹੈ ਪੂਰਾ ਹੋ ਜਾਵੇ। ਉਸਨੇ ਸਾਡੀਆਂ ਕਮਜ਼ੋਰੀਆਂ ਲੈ ਲਈਆਂ ਅਤੇ ਸਾਡੀਆਂ ਬਿਮਾਰੀਆਂ ਨੂੰ ਆਪ ਚੁੱਕ ਲਿਆ। ਹੁਣ ਜਦੋਂ ਯਿਸੂ ਨੇ ਵੱਡੀ ਭੀੜ ਨੂੰ ਆਪਣੇ ਆਲੇ ਦੁਆਲੇ ਦੇਖਿਆ ਤਾਂ ਉਸਨੇ ਸਮੁੰਦਰ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ। ਤਦ ਇੱਕ ਧਰਮ ਗ੍ਰੰਥੀ ਨੇ ਕੋਲ ਆ ਕੇ ਉਸਨੂੰ ਕਿਹਾ, ਗੁਰੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ। ਯਿਸੂ ਨੇ ਉਸਨੂੰ ਕਿਹਾ, ਲੂੰਬੜੀਆਂ ਲਈ ਘੁਰਨਾ ਅਤੇ ਆਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਲਈ ਸਿਰ ਰੱਖਣ ਨੂੰ ਵੀ ਕਿਤੇ ਥਾਂ ਨਹੀਂ। ਚੇਲਿਆਂ ਵਿੱਚੋਂ ਕਿਸੇ ਹੋਰ ਨੇ ਉਸਨੂੰ ਕਿਹਾ, ਪ੍ਰਭੂ ਜੀ, ਮੈਂ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦਫਨਾ ਆਵਾਂ। ਪਰ ਯਿਸੂ ਨੇ ਉਸਨੂੰ ਕਿਹਾ, ਤੂੰ ਮੇਰੇ ਪਿੱਛੇ ਚੱਲ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫਨਾਉਣਗੇ। ਜਦੋਂ ਉਹ ਕਿਸ਼ਤੀ ਵਿੱਚ ਚੜ ਗਿਆ ਤਾਂ ਉਸਦੇ ਚੇਲੇ ਉਸਦੇ ਪਿੱਛੇ ਆ ਗਏ ਅਤੇ ਵੇਖੋ, ਸਮੁੰਦਰ ਵਿੱਚ ਇੱਕ ਵੱਡਾ ਤੂਫਾਨ ਚੜ ਆਇਆ, ਇਸ ਲਈ ਕਿਸ਼ਤੀ ਲਹਿਰਾਂ ਦੇ ਥਪੇੜੇ ਖਾ ਰਹੀ ਸੀ, ਪਰ ਉਹ ਸੁੱਤਾ ਪਿਆ ਸੀ। ਉਹਨਾਂ ਨੇ ਜਾ ਕੇ ਇਹ ਕਹਿੰਦਿਆਂ ਉਸਨੂੰ ਜਗਾਇਆ, ਪ੍ਰਭੂ ਜੀ, ਬਚਾਓ, ਅਸੀਂ ਡੁੱਬ ਰਹੇ ਹਾਂ। ਉਸਨੇ ਉਹਨਾਂ ਨੂੰ ਕਿਹਾ, ਉਹ ਘੱਟ ਵਿਸ਼ਵਾਸੀਓ, ਤੁਸੀਂ ਕਿਉਂ ਡਰਦੇ ਹੋ? ਤਦ ਉਹ ਉੱਠਿਆ, ਹਨੇਰੀ ਅਤੇ ਸਮੁੰਦਰ ਨੂੰ ਡਾਂਟਿਆ ਅਤੇ ਉਹ ਪੂਰਨ ਸ਼ਾਂਤ ਹੋ ਗਏ। ਉਹ ਲੋਕ ਇਹ ਕਹਿੰਦੇ ਹੋਏ ਹੈਰਾਨ ਹੋਏ, ਇਹ ਕਿਹੋ ਜਿਹਾ ਮਨੁੱਖ ਹੈ ਕਿ ਹਨੇਰੀ ਅਤੇ ਸਮੁੰਦਰ ਵੀ ਇਸ ਦਾ ਹੁਕਮ ਮੰਨਦੇ ਹਨ। ਜਦੋਂ ਉਹ ਦੂਜੇ ਪਾਸੇ ਗਦਰੇਨੀਆਂ ਦੇ ਇਲਾਕੇ ਵਿੱਚ ਪਹੁੰਚੇ ਤਾਂ ਦੋ ਭੂਤ ਚੰਬੜੇ ਕਬਰਾਂ ਵਿੱਚੋਂ ਨਿਕਲ ਕੇ ਉਸਦੇ ਵੱਲ ਆਏ। ਉਹ ਇੰਨੇ ਡਰਾਉਣੇ ਸਨ ਕਿ ਕੋਈ ਵੀ ਉਸ ਰਾਹੀਂ ਥਾਣੀ ਲੰਘ ਨਹੀਂ ਸੀ ਸਕਦਾ। ਅਤੇ ਵੇਖੋ, ਉਹਨਾਂ ਨੇ ਚੀਕਦੇ ਹੋਏ ਕਿਹਾ, ਐ ਖੁਦਾ ਦੇ ਪੁੱਤਰ, ਤੁਹਾਨੂੰ ਸਾਡੇ ਕੋਲੋਂ ਕੀ ਲੈਣਾ ਦੇਣਾ? ਕੀ ਤੁਸੀਂ ਸਮੇਂ ਤੋਂ ਪਹਿਲਾਂ ਸਾਨੂੰ ਤੰਗੀ ਦੇਣ ਲਈ ਇੱਥੇ ਆਏ ਹੋ? ਉਹਨਾਂ ਤੋਂ ਥੋੜੀ ਦੂਰ ਤੇ ਬਹੁਤ ਸਾਰੇ ਸੂਰਾਂ ਦਾ ਇੱਕ ਝੁੰਡ ਚੱਲ ਰਿਹਾ ਸੀ। ਭੂਤਾਂ ਨੇ ਉਸ ਅੱਗੇ ਬੇਨਤੀ ਕੀਤੀ, ਜੇਕਰ ਤੁਸੀਂ ਸਾਨੂੰ ਕੱਢ ਹੀ ਰਹੇ ਹੋ ਤਾਂ ਸਾਨੂੰ ਸੂਰਾਂ ਦੇ ਝੁੰਡ ਵਿੱਚ ਘੱਲ ਦਿਓ। ਉਸਨੇ ਉਹਨਾਂ ਨੂੰ ਕਿਹਾ, ਚਲੇ ਜਾਓ। ਇਸ ਲਈ ਉਹ ਨਿਕਲ ਆਏ ਅਤੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ, ਸਾਰਾ ਦਾ ਸਾਰਾ ਝੁੰਡ ਦੌੜਦਾ ਤਿੱਖੀ ਢਲਾਨ ਵਾਲੇ ਕੰਢੇ ਤੋਂ ਸਮੁੰਦਰ ਵਿੱਚ ਜਾ ਡਿੱਗਾ ਅਤੇ ਪਾਣੀਆਂ ਵਿੱਚ ਡੁੱਬ ਕੇ ਮਰ ਗਿਆ। ਸੂਰ ਚੜਾਉਣ ਵਾਲੇ ਭੱਜ ਕੇ ਚਲੇ ਗਏ ਅਤੇ ਉਹਨਾਂ ਨੇ ਸ਼ਹਿਰ ਵਿੱਚ ਜਾ ਕੇ ਸਭ ਕੁਝ ਦੱਸਿਆ, ਇਹ ਵੀ ਕਿ ਭੂਤ ਚੰਬੜਿਆਂ ਦੇ ਨਾਲ ਕੀ ਹੋਇਆ ਹੈ। ਤਦ ਸਾਰਾ ਸ਼ਹਿਰ ਯਿਸੂ ਨੂੰ ਮਿਲਣ ਲਈ ਨਿਕਲ ਆਇਆ ਅਤੇ ਜਦੋਂ ਉਹਨਾਂ ਨੂੰ ਦੇਖ ਲਿਆ ਤਾਂ ਉਹਨਾਂ ਨੇ ਮਿਹਨਤ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਜਾਵੇ। ਸੰਤ ਮਤੀ ਦੀ ਅੰਜੀਲ ਉਸਦੇ 9 ਬਾਬ। ਕਿਸ਼ਤੀ ਵਿੱਚ ਚੜ ਕੇ ਉਹ ਸਾਗਰ ਦੇ ਪਾਰ ਗਿਆ ਅਤੇ ਆਪਣੇ ਸ਼ਹਿਰ ਵਿੱਚ ਆਇਆ ਅਤੇ ਠੀਕ ਉਸੇ ਸਮੇਂ ਲੋਕ ਮੰਜੀ ਉੱਤੇ ਪਾ ਕੇ ਇੱਕ ਅਧਰੰਗੀ ਆਦਮੀ ਨੂੰ ਉਸ ਕੋਲ ਲਿਆਏ। ਜਦੋਂ ਯਿਸੂ ਨੇ ਉਹਨਾਂ ਦਾ ਇਨਾਮ ਦੇਖਿਆ ਤਾਂ ਅਧਰੰਗੀ ਨੂੰ ਕਿਹਾ, ਹੌਸਲਾ ਰੱਖ ਮੇਰੇ ਪੁੱਤਰ, ਤੇਰੇ ਪਾਪ ਮਾਫ ਕੀਤੇ ਗਏ। ਤਦ ਕੁਝ ਧਰਮ ਗ੍ਰੰਥੀਆਂ ਨੇ ਆਪਣੇ ਮਨਾਂ ਵਿੱਚ ਕਿਹਾ, ਇਹ ਆਦਮੀ ਕੁਫਰ ਬੋਲ ਰਿਹਾ ਹੈ।
ਪਰ ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਕਿਹਾ, ਤੁਸੀਂ ਆਪਣੇ ਮਨਾਂ ਵਿੱਚ ਬੁਰਾ ਕਿਉਂ ਸੋਚਦੇ ਹੋ? ਕਿਉਂਕਿ ਕੀ ਸੌਖਾ ਹੈ ਇਹ ਕਹਿਣਾ, ਤੇਰੇ ਪਾਪ ਮਾਫ ਕੀਤੇ ਗਏ, ਜਾਂ ਇਹ ਕਹਿਣਾ, ਉੱਠ ਅਤੇ ਚੱਲ ਫਿਰ। ਪਰ ਇਸ ਲਈ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਧਿਕਾਰ ਹੈ। ਤਦ ਉਸਨੇ ਅਤਰੰਗੀ ਨੂੰ ਕਿਹਾ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਜਾ। ਅਤੇ ਉਹ ਉੱਠਿਆ ਅਤੇ ਆਪਣੇ ਘਰ ਚਲਾ ਗਿਆ। ਜਦੋਂ ਭੀੜ ਨੇ ਇਹ ਦੇਖਿਆ ਤਾਂ ਉਹ ਦੰਗ ਰਹਿ ਗਏ ਸਨ ਅਤੇ ਉਹਨਾਂ ਨੇ ਖੁਦਾ ਦੀ ਵਡਿਆਈ ਕੀਤੀ, ਜਿਸ ਨੇ ਮਨੁੱਖਾਂ ਨੂੰ ਇਹ ਜਿਹਾ ਅਧਿਕਾਰ ਦਿੱਤਾ। ਜਦੋਂ ਯਿਸੂ ਉੱਥੋਂ ਅੱਗੇ ਜਾ ਰਿਹਾ ਸੀ, ਉਸਨੇ ਮਤੀ ਨਾਂ ਦੇ ਇੱਕ ਆਦਮੀ ਨੂੰ ਚੁੰਗੀ ਖਾਨੇ ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਚੱਲ। ਉਹ ਉੱਠ ਕੇ ਉਸ ਦੇ ਪਿੱਛੇ ਚੱਲ ਪਿਆ। ਫਿਰ ਜਦੋਂ ਉਹ ਘਰ ਵਿੱਚ ਭੋਜਨ ਲਈ ਬੈਠਿਆ ਤਾਂ ਬਹੁਤ ਸਾਰੇ ਮੁਸੇਲੀਏ ਅਤੇ ਪਾਪੀ ਆ ਕੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਬੈਠ ਗਏ। ਜਦੋਂ ਫਰੀਸੀਆਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਉਸ ਦੇ ਚੇਲਿਆਂ ਨੂੰ ਕਿਹਾ, ਤੁਹਾਡਾ ਗੁਰੂ ਮੁਸਲੀਆਂ ਅਤੇ ਪਾਪੀਆਂ ਨਾਲ ਕਿਉਂ ਭੋਜਨ ਕਰਦਾ ਹੈ? ਪਰ ਜਦੋਂ ਉਸਨੇ ਇਹ ਸੁਣਿਆ ਤਾਂ ਉਸਨੇ ਕਿਹਾ, ਨਰੋਈਆਂ ਨੂੰ ਵੈਦ ਦੀ ਲੋੜ ਨਹੀਂ ਹੁੰਦੀ, ਸਗੋਂ ਰੋਗੀਆਂ ਨੂੰ। ਜਾਓ ਅਤੇ ਸਿੱਖੋ ਕਿ ਇਸ ਦਾ ਕੀ ਅਰਥ ਹੈ। ਮੈਂ ਬਲੀ ਨਹੀਂ ਸਗੋਂ ਦਇਆ ਚਾਹੁੰਦਾ ਹਾਂ, ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਲਈ ਆਇਆ ਹਾਂ। ਤਦ ਯਹੂਨਾ ਦੇ ਚੇਲੇ ਇਹ ਕਹਿੰਦੇ ਹੋਏ ਉਸ ਕੋਲ ਆਏ, ਕਿਉਂ ਅਸੀਂ ਅਤੇ ਫਰੀਸੀ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ? ਯਿਸੂ ਨੇ ਉਹਨਾਂ ਨੂੰ ਕਿਹਾ, ਜਦੋਂ ਤੱਕ ਬਰਾਤੀਆਂ ਦੇ ਨਾਲ ਲਾੜਾ ਹੈ ਕਿ ਬਰਾਤੀ ਸੋਗ ਕਰ ਸਕਦੇ ਹਨ? ਉਹ ਦਿਨ ਆ ਜਾਣਗੇ ਜਦੋਂ ਲਾੜਾ ਉਹਨਾਂ ਕੋਲ ਵੱਖਰਾ ਕੀਤਾ ਜਾਵੇਗਾ ਅਤੇ ਤਦ ਉਹ ਵਰਤ ਰੱਖਣਗੇ। ਕੋਈ ਵੀ ਪੁਰਾਣੇ ਕੱਪੜੇ ਨੂੰ ਕੋਰੇ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਟਾਕੀ ਕੱਪੜੇ ਨਾਲੋਂ ਪਾਟ ਜਾਂਦੀ ਹੈ ਅਤੇ ਜੋੜ ਨਾਲੋਂ ਪਾਟਿਆ ਲੰਗਾਰ ਹੋਰ ਵੀ ਬੁਰਾ ਲੱਗਦਾ ਹੈ। ਨਾ ਹੀ ਪੁਰਾਣੀਆਂ ਮਸ਼ਕਾਂ ਵਿੱਚ ਨਵੀਂ ਦਾਖਰਸ ਭਰੀ ਜਾਂਦੀ ਹੈ। ਜੇਕਰ ਇੰਜ ਕੀਤਾ ਜਾਂਦਾ ਹੈ ਤਾਂ ਮਸ਼ਕਾਂ ਫਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ ਜਾਂਦੀ ਹੈ। ਨਾਲ ਹੀ ਮਸ਼ਕਾਂ ਵੀ ਬਰਬਾਦ ਹੋ ਜਾਂਦੀਆਂ ਹਨ। ਪਰ ਨਵੀਂ ਦਾਖਰਸ ਤਾਜ਼ੀਆਂ ਮਸ਼ਕਾਂ ਵਿੱਚ ਭਰੀ ਜਾਂਦੀ ਹੈ ਅਤੇ ਇਸ ਤਰ੍ਹਾਂ ਦੋਵੇਂ ਸੁਰੱਖਿਅਤ ਰਹਿੰਦੇ ਹਨ। ਜਦ ਉਹ ਇਸ ਤਰ੍ਹਾਂ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਇੱਕ ਹਾਕਮ ਨੇ ਆ ਕੇ ਉਸ ਦੇ ਅੱਗੇ ਗੋਡੇ ਟੇਕੇ ਅਤੇ ਆਖਿਆ, ਮੇਰੀ ਪੁੱਤਰੀ ਹੁਣੇ ਮਰੀ ਹੈ, ਪਰ ਤੁਸੀਂ ਆ ਕੇ ਉਸ ਉੱਤੇ ਆਪਣਾ ਹੱਥ ਰੱਖੋ ਅਤੇ ਉਹ ਜਿਉਂਦੀ ਹੋ ਜਾਵੇਗੀ। ਯਿਸੂ ਉੱਠ ਕੇ ਆਪਣੇ ਚੇਲਿਆਂ ਸਣੇ ਉਸ ਦੇ ਪਿੱਛੇ ਤੁਰ ਪਿਆ। ਤਾਂ ਵੇਖੋ, ਅਚਾਨਕ ਇੱਕ ਔਰਤ ਜਿਸ ਨੂੰ 12 ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ, ਉਸ ਦੇ ਪਿੱਛੋਂ ਦੀ ਆਈ ਅਤੇ ਉਸਨੇ ਉਸ ਦੇ ਕੱਪੜੇ ਦਾ ਪੱਲਾ ਛੂਇਆ, ਕਿਉਂਕਿ ਉਸਨੇ ਆਪਣੇ ਮਨ ਵਿੱਚ ਕਿਹਾ ਸੀ, ਜੇਕਰ ਮੈਂ ਉਸ ਦਾ ਕੱਪੜਾ ਹੀ ਛੂ ਲਵਾਂਗੀ ਤਾਂ ਮੈਂ ਠੀਕ ਹੋ ਜਾਵਾਂਗੀ। ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਤੇ ਕਿਹਾ, ਧੀਰਜ ਰੱਖ ਬੇਟੀ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਹੈ। ਉਸੇ ਘੜੀ ਉਹ ਔਰਤ ਨਰੋਈ ਹੋ ਗਈ। ਜਦ ਯਿਸੂ ਹਾਕਮ ਦੇ ਘਰ ਪਹੁੰਚਿਆ ਤਾਂ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਸ਼ੋਰ ਸ਼ਰਾਬਾ ਕਰਦੀ ਭੀੜ ਨੂੰ ਦੇਖ ਕੇ ਉਸਨੇ ਕਿਹਾ, ਬਾਹਰ ਨਿਕਲ ਜਾਓ, ਕਿਉਂਕਿ ਲੜਕੀ ਮਰੀ ਨਹੀਂ ਸਗੋਂ ਸੁੱਤੀ ਹੈ। ਉਹ ਸਾਰੇ ਉਸ ਉੱਤੇ ਹੱਸਣ ਲੱਗੇ। ਪਰ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਤਾਂ ਉਹ ਅੰਦਰ ਗਿਆ ਅਤੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਉਠਾ ਲਿਆ ਅਤੇ ਉਹ ਉੱਠ ਖੜੀ ਹੋ ਗਈ। ਇਸ ਦੀ ਧੁੰਦ ਵਿੱਚ ਉਹ ਸਾਰੇ ਇਲਾਕੇ ਵਿੱਚ ਫੈਲ ਗਏ। ਜਿਵੇਂ ਹੀ ਯਿਸੂ ਉੱਥੋਂ ਅੱਗੇ ਵਧਿਆ, ਦੋ ਅੰਨੇ ਉੱਚੀ ਆਵਾਜ਼ ਨਾਲ ਪੁਕਾਰਦੇ ਹੋਏ ਉਸ ਦੇ ਪਿੱਛੇ ਤੁਰ ਪਏ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਜਦੋਂ ਉਹ ਘਰ ਵਿੱਚ ਦਾਖਲ ਹੋਇਆ ਤਾਂ ਉਹ ਅੰਨੇ ਉਸ ਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਪੁੱਛਿਆ, ਕੀ ਤੁਹਾਡਾ ਈਮਾਨ ਹੈ ਕਿ ਮੈਂ ਇਹ ਕਰ ਸਕਦਾ ਹਾਂ? ਉਹਨਾਂ ਨੇ ਕਿਹਾ, ਜੀ ਹਾਂ ਪ੍ਰਭੂ ਜੀ। ਤਦ ਉਸਨੇ ਉਹਨਾਂ ਦੀਆਂ ਅੱਖਾਂ ਨੂੰ ਇਹ ਕਹਿੰਦੇ ਹੋਏ ਛੂਹਿਆ, ਤੁਹਾਡੇ ਈਮਾਨ ਅਨੁਸਾਰ ਤੁਹਾਡੇ ਲਈ ਹੋ ਜਾਵੇਗਾ। ਅਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਯਿਸੂ ਨੇ ਉਹਨਾਂ ਨੂੰ ਸਖਤ ਤਾਕੀਦ ਦਿੱਤੀ, ਧਿਆਨ ਰਹੇ ਕਿ ਕਿਸੇ ਨੂੰ ਇਸ ਦਾ ਪਤਾ ਨਾ ਲੱਗੇ। ਪਰ ਉਹਨਾਂ ਜਾ ਕੇ ਉਸ ਸਾਰੇ ਇਲਾਕੇ ਵਿੱਚ ਉਸ ਦੀ ਧੂਮ ਮਚਾ ਦਿੱਤੀ। ਜਿਵੇਂ ਹੀ ਉਹ ਉੱਥੋਂ ਜਾ ਰਹੇ ਸਨ ਤਾਂ ਵੇਖੋ, ਇੱਕ ਭੂਤ ਚੰਬੜੇ ਗੂੰਗੇ ਨੂੰ ਉਸ ਦੇ ਕੋਲ ਲਿਆਂਦਾ ਗਿਆ ਅਤੇ ਜਦੋਂ ਉਸ ਵਿੱਚੋਂ ਭੂਤ ਕੱਢ ਦਿੱਤਾ ਗਿਆ ਤਾਂ ਗੂੰਗਾ ਆਦਮੀ ਬੋਲਣ ਲੱਗ ਪਿਆ ਅਤੇ ਭੀੜ ਇਹ ਕਹਿੰਦੀ ਹੈਰਾਨ ਹੋਈ, ਇਸਰਾਇਲ ਵਿੱਚ ਇਸ ਤਰ੍ਹਾਂ ਦਾ ਕੈਦੀ ਵੀ ਕੁਝ ਵੇਖਣ ਵਿੱਚ ਨਹੀਂ ਸੀ ਆਇਆ। ਪਰ ਫਰੀਸੀਆਂ ਨੇ ਕਿਹਾ, ਇਹ ਭੂਤਾਂ ਦੇ ਸਰਦਾਰ ਦੇ ਜ਼ਰੀਏ ਭੂਤਾਂ ਨੂੰ ਕੱਢਦਾ ਹੈ। ਅਤੇ ਯਿਸੂ ਉਹਨਾਂ ਦੇ ਸਿਨਾਗੋਗਾ ਵਿੱਚ ਸਿੱਖਿਆ ਦਿੰਦੇ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ
ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਹੋਏ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਫਿਰਦਾ ਰਿਹਾ। ਜਦੋਂ ਯਿਸੂ ਨੇ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਹਨਾਂ ਤੇ ਤਰਸ ਆਇਆ, ਕਿਉਂਕਿ ਉਹ ਬਿਨਾਂ ਚਰਵਾਹੇ ਦੇ ਭੇਡਾਂ ਵਾਂਗ ਪਰੇਸ਼ਾਨ ਅਤੇ ਬੇਸਹਾਰੇ ਸਨ। ਤਦ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਫਸਲ ਤਾਂ ਬਹੁਤ ਹੈ ਪਰ ਮਜ਼ਦੂਰ ਬਹੁਤ ਥੋੜੇ ਹਨ। ਇਸ ਲਈ ਫਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫਸਲ ਲਈ ਮਜ਼ਦੂਰ ਘੱਲੇ।